ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਸੰਗਰੂਰ ਤੋਂ ਜਿੱਤ ਹੋਈ ਆ, ਇਹ ਪੰਥ ਤੇ ਪੰਜਾਬ ਦੇ ਲਈ ਇੱਕ ਤਰ੍ਹਾਂ ਬਹੁਤ ਲੰਮੀ ਰਾਤ ਤੋਂ ਬਾਅਦ ਇੱਕ ਰੌਸ਼ਨ ਸਵੇਰ ਹੋਈ ਆ। ਬਹੁਤ ਸਾਲਾਂ ਤੋਂ ਉਡੀਕ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਵੇ, ਚਾਹੇ ਉਹ ਅਸੈਂਬਲੀ ਦੇ ਵਿੱਚ ਪੰਜਾਬ ਦੀ 'ਚ ਜਾਣ ਜਾਂ ਫਿਰ ਇੰਡੀਆ ਦੀ ਪਾਰਲੀਮੈਂਟ 'ਚ ਜਾਣ। ਪਰ ਹਰੇਕ ਵਾਰੀ ਜਿਹੜੀ ਸੀ ਉਹ ਨਿਰਾਸ਼ਾ ਹੁੰਦੀ ਸੀ ਸਿੱਖਾਂ ਨੂੰ, ਆਜ਼ਾਦੀ ਪਸੰਦ ਸਿੱਖਾਂ ਨੂੰ। ਮੈਂ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ ਮੇਰੀ ਉਮਰ 18 ਸਾਲ ਤੋਂ ਵੀ ਘੱਟ ਸੀ ਜਦੋਂ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ ਨਾਲ ਜੁੜਿਆ ਸੀ। ਉਦੋਂ ਯਾਨੀ ਕਿ VOTING ਦਾ ਰਾਈਟ ਵੀ ਨਹੀਂ ਸੀ ਹਜੇ ਮੇਰੇ ਕੋਲ, ਤੇ ਇੱਕ ਦਿਲੀ ਤਾਂਘ ਸੀ ਕਿ ਜਿਹੜੇ ਲੀਡਰ ਨੂੰ ਤੁਸੀਂ ਜਿਹਦਾ ਸਭ ਤੋਂ ਜ਼ਿਆਦਾ ਰਿਗਾਰਡ ਕਰਦੇ ਹੋ ਉਹ ਜਿੱਤ ਵੀ ਦਰਜ ਕਰੇ। ਚੋਣਾਂ ਆਉਂਦੀਆਂ ਰਹੀਆਂ, ਚਾਹੇ ਉਹ 2012 ਦੀਆਂ ਅਸੈਂਬਲੀ ਇਲੈਕਸ਼ਨ ਸੀ, ਚਾਹੇ 14 ਦੀਆਂ ਪਾਰਲੀਮੈਂਟਰੀ ਇਲੈਕਸ਼ਨ ਸੀ, ਉਹ ਤੋਂ ਬਾਅਦ 17 ਦੀਆਂ ਅਸੈਂਬਲੀ ਇਲੈਕਸ਼ਨਸ, 19 ਦੀਆਂ ਪਾਰਲੀਮੈਂਟਰੀ ਇਲੈਕਸ਼ਨਸ, ਫਿਰ 22 ਦੀਆਂ ਵਿਧਾਨ ਸਭਾ ਚੋਣਾਂ। ਪਰ ਹਰੇਕ ਵਾਰ ਜਿਹੜੀ ਸੀ ਇਹ ਨਮੋਸ਼ੀ ਹੁੰਦੀ ਸੀ ਕਿ ਮਾਨ ਸਾਹਿਬ ਕਿਉਂ ਨਹੀਂ ਜਿੱਤਦੇ। ਪਰ ਇਸ ਵਾਰੀ ਸੰਗਰੂਰ ਦੇ ਲੋਕਾਂ ਨੇ ਸਾਥ ਦਿੱਤਾ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਭ ਤੋਂ ਵੱਡਾ ਜਿਹੜਾ ਯੋਗਦਾਨ ਉਹ ਦੀਪ ਸਿੱਧੂ ਦੀ ਕੁਰਬਾਨੀ ਆ। ਉਹਦੀ ਜਾਨ ਗਈ ਆ ਮਾਨ ਸਾਹਿਬ ਦਾ ਪ੍ਰਚਾਰ ਕਰਦੇ ਹੋਏ, ਕੈਂਪੇਨਿੰਗ ਕਰਦੇ ਹੋਏ। ਤੇ ਈਵਨ ਕਿ ਜਦੋਂ ਅਮਰਗੜ੍ਹ ਦੀਪ ਸਿੱਧੂ ਨੇ ਪ੍ਰਚਾਰ ਕੀਤਾ ਮਾਨ ਸਾਹਿਬ ਦੇ ਲਈ ਤਾਂ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਜੁੜ ਗਏ ਸੀ ਪਹਿਲਾਂ ਤੋਂ ਹੀ। ਮਾਨ ਸਾਹਿਬ ਦੇ ਨਾਲ ਜਿਹੜੀ ਸਭ ਤੋਂ ਵੱਡੀ ਇਹ ਤਰਾਸਦੀ ਹੋਈ ਆ, ਇਹ ਮੇਰੇ ਖਿਆਲ ਜਿਹੜਾ ਇੰਡੀਆ ਦਾ ਮੀਡੀਆ ਉਹਨੇ ਵੀ ਬਿਲਕੁਲ ਆਈਸੋਲੇਟ ਕਰਤਾ ਇੰਡੀਅਨ ਸਿਸਟਮ ਨੇ। ਤੁਸੀਂ ਦੇਖਿਆ ਹੋਊਗਾ ਕਿਵੇਂ ਇਲੈਕਸ਼ਨ ਦੇ ਦਿਨਾਂ 'ਚ ਵੀ ਉਹਨਾਂ ਦੀਆਂ ਜਿਹੜੀਆਂ ਖਬਰਾਂ ਨਹੀਂ ਲਾਉਂਦੀਆਂ ਹੈਗੀਆਂ ਅਖਬਾਰਾਂ, ਈਵਨ ਕਿ ਪੰਜਾਬੀ ਦੀਆਂ ਅਖਬਾਰਾਂ, ਉਹਨਾਂ ਨੂੰ ਮੁਕਾਬਲੇ ਦੇ ਵਿੱਚ ਹੀ ਨਹੀਂ ਦਿਖਾਇਆ ਜਾਂਦਾ। ਤੁਸੀਂ ਇੱਥੋਂ ਤੱਕ ਦੇਖੋ ਕਿ 23 ਜੂਨ ਨੂੰ ਆ ਸੰਗਰੂਰ ਵਾਲੀਆਂ ਚੋਣਾਂ ਦੀਆਂ VOTING ਹੋਈ ਆ ਤੇ 24 ਤਰੀਕ ਦੀ ਦਾ ਟ੍ਰਿਬਿਊਨ ਦੇ ਵਿੱਚ ਜਿਹੜੀ ਰਿਪੋਰਟ ਛਪਦੀ ਆ ਉਹਦੇ 'ਚ ਮਾਨ ਸਾਹਿਬ ਦੀ ਉਹ ਫੋਟੋ ਹੀ ਨਹੀਂ ਲਾਉਂਦੇ। ਯਾਨੀ ਕਿ ਜਿਹੜਾ ਕੈਂਡੀਡੇਟ ਮੁਕਾਬਲੇ ਦੇ ਵਿੱਚ ਆ, ਜਿਹਦੇ ਜਿੱਤਣ ਦੇ ਆਸਾਰ ਨੇ, ਇੰਡੀਆ ਦੀ ਇੱਕ ਵਨ ਆਫ ਦਾ ਮੋਸਟ ਜਿਹੜੀ ਪੜ੍ਹੀ ਜਾਂਦੀ ਅਖਬਾਰ ਆ, ਉਹ ਖਬਰ ਹੀ ਨਹੀਂ ਲਾਉਂਦੀ ਹੈਗੀ, ਮਾਨ ਸਾਹਿਬ ਦੀ ਫੋਟੋ ਨਹੀਂ ਮੁਕਾਬਲੇ 'ਚ ਨਹੀਂ ਦਿਖਾਉਂਦੀ ਹੈਗੀ। ਸੋ ਇੱਥੋਂ ਤੱਕ ਜਿਹੜਾ ਉਹ ਆਈਸੋਲੇਟ ਕੀਤਾ ਗਿਆ। ਕੋਈ ਵੀ ਪੱਤਰਕਾਰ ਸਵਾਲ ਕਰਦਾ ਤਾਂ ਮਾਨ ਸਾਹਿਬ ਨੂੰ ਸਭ ਤੋਂ ਪਹਿਲਾਂ ਇਹੀ ਸਵਾਲ ਕੀਤਾ ਜਾਂਦਾ ਕਿ ਤੁਸੀਂ ਜਿੱਤਦੇ ਕਿਉਂ ਨਹੀਂ, ਤੁਹਾਨੂੰ ਵੋਟ ਕਿਉਂ ਨਹੀਂ ਪੈਂਦੀ ਹੈਗੀ। ਪਰ ਇਸ ਵਾਰੀ ਸੰਗਰੂਰ ਦੇ ਲੋਕਾਂ ਨੇ ਜਿਹੜੇ ਸਾਰੇ ਉਹ ਲਾਮੇ ਲਾਤੇ ਆ ਤੇ ਬਹੁਤ ਸਾਰੀਆਂ ਉਮੀਦਾਂ ਮਾਨ ਸਾਹਿਬ ਤੋਂ ਕਿ ਉਹ ਪਾਰਲੀਮੈਂਟ ਦੇ ਵਿੱਚ ਜਿਹੜੇ ਮਸਲੇ ਆ ਪੰਜਾਬ ਦੇ ਪੰਥ ਦੇ, ਚਾਹੇ ਉਹ ਬੰਦੀ ਸਿੰਘਾਂ ਦਾ ਮਸਲਾ, ਚਾਹੇ ਉਹ SYL ਦਾ ਪਾਣੀਆਂ ਦਾ ਮਸਲਾ, ਚਾਹੇ ਉਹ ਖੁਦ ਮੁਖਤਿਆਰੀ ਦਾ ਮਸਲਾ, ਇਹ ਸਾਰੇ ਮੁੱਦੇ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਚੱਕਣਗੇ ਤੇ ਪੰਥ ਦੇ ਲਈ ਹੋਰ ਵੀ ਜ਼ਿਆਦਾ ਜਿਹੜੀਆਂ ਅੱਗੇ ਉਹ ਖੁਸ਼ੀ ਦਾ ਟਾਈਮ ਆਊਗਾ। ਈਵਨ ਕਿ ਮੇਰੇ ਖਿਆਲ 'ਚ ਸਿੱਧੂ ਮੂਸੇਵਾਲੇ ਦਾ ਵੀ ਇਹਦੇ ਵਿੱਚ ਯੋਗਦਾਨ ਆ, ਕਿਉਂਕਿ ਉਹਨੇ ਵੀ ਸੰਗਰੂਰ ਦੇ ਵਿੱਚ ਭਾਵੇਂ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਸੀ ਪਰ ਉਹਨੇ ਪ੍ਰਚਾਰ ਕਰਨ ਲਈ ਸੰਗਰੂਰ ਪਹੁੰਚਣਾ ਸੀ। ਸੋ ਮਾਨ ਸਾਹਿਬ ਦੀ ਜਿੱਤ ਜਿਹੜੀ ਆ ਇਹ ਪੂਰੇ ਪੰਥ ਦੇ ਲਈ, ਪੰਜਾਬ ਦੇ ਲਈ ਖੁਸ਼ੀਆਂ ਲੈ ਕੇ ਆਈ ਆ। ਦੂਜੀਆਂ ਪਾਰਟੀਆਂ ਦੇ ਜਿਹੜੇ ਵਰਕਰ ਸੀ ਜਾਂ IT ਸੈੱਲ ਸੀ, ਉਹ ਹਮੇਸ਼ਾ ਹੀ ਚਾਹੇ ਟ੍ਰੋਲਿੰਗ ਹੁੰਦੀ ਸੀ ਮਾਨ ਸਾਹਿਬ ਦੀ ਕਿ ਇਹਦਾ ਤਾਂ ਹੁਣ ਟਾਈਮ ਚਲਾ ਗਿਆ ਜਾਂ ਫਿਰ ਹੁਣ ਮਾਨ ਸਾਹਿਬ ਨੂੰ ਘਰ ਬਹਿ ਜਾਣਾ ਚਾਹੀਦਾ ਕਿਉਂਕਿ ਇਹ ਖਾਲਿਸਤਾਨ ਦੀ ਗੱਲ ਕਰਦੇ ਆ। ਪਰ ਉਹ ਸਾਰੀਆਂ ਗੱਲਾਂ ਜਿਹੜੀਆਂ ਕਿ ਆ ਉਹ ਪੰਜਾਬ ਦੀ ਨੌਜਵਾਨੀ ਨੇ, ਸੰਗਰੂਰ ਦੀ ਨੌਜਵਾਨੀ ਨੇ ਇਸ ਵਾਰ ਸਾਰੇ ਲਾਮੇ ਲਾਤੇ ਆ। ਤੇ ਇਹ ਇੱਕ ਬਹੁਤ ਵੱਡਾ ਮੈਸੇਜ ਹੈ, ਨਾ ਸਿਰਫ ਕੱਲੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਬਲਕਿ ਮੈਂ ਸਮਝਦਾ ਕਿ ਜਿਹੜੀ ਸੈਂਟਰ ਦੀ ਮੋਦੀ ਗਵਰਨਮੈਂਟ ਹੈ, ਜਿਹੜੀਆਂ ਹੁਣ ਇੱਥੋਂ ਤੱਕ ਕਿ ਮਸਜਿਦਾਂ ਢਾਉਣ ਤੱਕ ਵੀ ਪਹੁੰਚ ਕੇ ਆ ਹੁਣ ਪੂਰੇ ਇੰਡੀਆ ਦੇ ਵਿੱਚ, ਕਿ ਇੱਕ ਘੱਟ ਗਿਣਤੀ ਦੇ ਹੱਕਾਂ ਦੀ ਗੱਲ ਕਰਨ ਵਾਲਾ ਮੈਂਬਰ ਪਾਰਲੀਮੈਂਟ ਜਿਹੜਾ ਉਹ ਸੰਗਰੂਰ ਤੋਂ ਗਿਆ। ਤੁਸੀਂ ਦੇਖਿਆ ਹੋਊਗਾ ਕੱਲ ਟਵਿੱਟਰ ਤੇ ਖਾਲਿਸਤਾਨ ਵੀ ਟ੍ਰੈਂਡ ਕਰਦਾ ਰਿਹਾ, ਸਿਮਰਨਜੀਤ ਸਿੰਘ ਮਾਨ ਵੀ ਟ੍ਰੈਂਡ ਕਰਦਾ ਰਿਹਾ ਤੇ ਉਹਨਾਂ ਦੇ ਜਿਹੜੇ ਇੰਡੀਆ ਦੇ ਮੰਨੇ ਪ੍ਰਮੰਨੇ ਪੱਤਰਕਾਰ ਨੇ, ਉਹਨਾਂ ਨੇ ਇਹ ਟਵੀਟ ਕੀਤੇ ਕਿ ਬਹੁਤ ਚਿੰਤਾਜਨਕ ਗੱਲ ਹੈ ਕਿ ਇੱਕ ਖਾਲਿਸਤਾਨੀ ਲੀਡਰ ਜਿਹੜਾ
ਉਹ ਸੰਗਰੂਰ ਤੋਂ ਚੋਣਾਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਪਹੁੰਚ ਰਿਹਾ ਤੇ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਈ ਵੀ ਇਹ ਇੱਕ ਮੈਸੇਜ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਿਰਫ 3 ਮਹੀਨਿਆਂ ਦੇ ਵਿੱਚ ਹੀ ਦਿੱਲੀ ਦੇ ਥੱਲੇ ਜਿਹੜੀ ਪੰਜਾਬ ਸਰਕਾਰ ਉਹ ਲਾਈ ਆ, ਉਹਨਾਂ ਨੂੰ ਇਹਦੇ ਤੋਂ ਬਿਲਕੁਲ ਪਿੱਛੇ ਹਟਣਾ ਪੈਣਾ, ਕਿਉਂਕਿ ਦਿੱਲੀ ਦੀ ਜਿਹੜੀ ਅਧੀਨਗੀ ਆ ਉਹ ਨਾ ਤਾਂ ਪੰਜਾਬ ਨੇ ਪਹਿਲਾਂ ਕਦੇ ਕਬੂਲੀ ਆ ਤੇ ਨਾ ਹੀ ਇਹ ਮੈਸੇਜ ਹੁਣ ਮਿਲਿਆ ਕਿ ਅੱਗੇ ਕਦੇ ਕਬੂਲਣਗੇ ਹੀ। ਇੱਥੇ ਮੈਨੂੰ ਵੀਰ ਸਤਵੰਤ ਸਿੰਘ ਗਰੇਵਾਲ ਦੀਆਂ ਇੱਕ ਕਵਿਤਾ ਦੀਆਂ 4 ਲਾਈਨਾਂ ਜਿਹੜੀਆਂ ਉਹ ਯਾਦ ਆਈਆਂ ਇਸ ਗੱਲ ਤੇ। ਕਹਿੰਦਾ ਕਿ ਜੇ ਆਉਣਾ ਪਿਆ ਆਵਾਂਗੇ ਬਘੇਲ ਸਿੰਘ ਵਾਂਗ, ਤੈਨੂੰ ਮਿਲਣੇ ਦੀ ਦਿਲਾਂ ਵਿੱਚ ਚਿਰਾਂ ਤੋਂ ਹੈ ਤਾਂਗ, ਅਸੀਂ ਤੇਗਾਂ ਵਾਲੇ ਸਾਧ ਹੱਥੀਂ ਚੁੱਕਿਆ ਰਬਾਬ, ਕਦੋਂ ਦਿੱਲੀ ਦੁੱਲੀ ਮੁਰੇ ਦੱਸ ਝੁਕਿਆ ਪੰਜਾਬ, ਕਦੋਂ ਦਿੱਲੀ ਦੁੱਲੀ ਮੁਰੇ ਦੱਸ ਝੁਕਿਆ ਪੰਜਾਬ। ਸੋ ਅਖੀਰ ਦੇ ਵਿੱਚ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਮੁਬਾਰਕਬਾਦ ਦਿੰਦਾ ਮਾਨ ਸਾਹਿਬ ਦੀ ਜਿੱਤ ਦੀ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਇੱਥੇ ਆਏ ਹੋ। ਤੇ ਅਖੀਰ ਦੇ ਵਿੱਚ ਕਿਉਂਕਿ ਇਹ ਦੀਪ ਸਿੱਧੂ ਨੂੰ ਡੈਡੀਕੇਟਡ ਆ ਜਿੱਤ, ਮੈਂ ਇੱਕ ਨਾਰਾ ਲਾਉਣਾ ਚਾਹੁੰਦਾ ਦੀਪ ਸਿੱਧੂ ਦੀ ਯਾਦ ਦੇ ਵਿੱਚ, ਜਿਹੜਾ ਕਿ ਉਹਨੇ ਲਾਲ ਕਿਲੇ ਤੇ ਜਾ ਕੇ ਲਾਇਆ ਸੀ, ਝੂਲ ਦੇ ਨਿਸ਼ਾਨ ਰਹਿਣ, ਝੂਲ ਦੇ ਨਿਸ਼ਾਨ ਰਹਿਣ, ਝੂਲ ਦੇ ਨਿਸ਼ਾਨ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਕਰਨਜੋਤ ਸਿੰਘ ਹੋਣਾ ਦਾ, ਜਿਨ੍ਹਾਂ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਹਨ। ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਮੈਂ ਵਧਾਈ ਦੇਣੀ ਚਾਹੁੰਦਾ ਸਮੂਹ ਖਾਲਸਾ ਪੰਥ ਨੂੰ, ਸਮੂਹ ਪੰਜਾਬ ਵਾਸੀਆਂ ਨੂੰ, ਜਿਨ੍ਹਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਦੀ ਝੋਲੀ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਕ ਜਿੱਤ ਹੈ ਜਿਹੜੀ ਉਹ ਪਾਈ ਆ। ਜਿਹੜੀਆਂ ਮੈਂ ਅੱਜ ਗੱਲਾਂ ਕਰਨੀਆਂ ਸੀਗੀਆਂ, ਉਹਦੇ ਤੋਂ ਪਹਿਲਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਆਹ ਵੀਰ ਜਿਹੜਾ ਨਵਾਂ ਆਇਆ, ਜਿਹੜੀਆਂ ਇਹਨੇ ਗੱਲਾਂ ਕੀਤੀਆਂ, ਇਹਨਾਂ ਬਾਰੇ ਮੈਂ ਕੁਝ 1-2 ਗੱਲਾਂ ਕਰਨੀਆਂ ਚਾਹੁੰਦਾ। ਇਹ ਗੱਲਾਂ ਬਹੁਤ ਤੁਹਾਡੀਆਂ ਬਾਈ ਜੀ ਸੋਹਣੀਆਂ ਸੀ, ਬਹੁਤ ਵਧੀਆ ਲੱਗਿਆ। ਤੁਸੀਂ ਨਵੇਂ ਆਏ ਆ, ਤੁਹਾਡੇ ਦਿਲ ਦੇ ਵਿੱਚ ਨਾ ਹਜੇ ਇੱਕ ਮਾਸੂਮੀਅਤ ਹੈ, ਇੱਕ ਨਿਰਸ਼ਲਤਾ। ਮੁੜ ਕੇ ਜਿਵੇਂ ਜੌਲ ਸਾਹਿਬ ਨੇ ਕਿਹਾ ਬਹੁਤ ਸੋਹਣਾ, ਪਰ ਇਹ ਬੰਦੇ ਦੇ ਦਿਲ ਚੋਂ ਨਿੱਘ ਕੱਢ ਲੈਂਦਾ। ਇਹ ਜਿਹੜਾ ਨਿੱਘ ਤੁਹਾਡੀਆਂ ਗੱਲਾਂ ਚੋਂ ਸੁਣ ਕੇ ਮੈਨੂੰ ਮਹਿਸੂਸ ਹੋਇਆ ਨਾ ਬੈਠੇ ਨੂੰ, ਇਹ ਵੇਖਿਓ ਦਿਨੋਂ ਦਿਨ ਜਿਵੇਂ ਸਾਲ ਲੰਘੀ ਜਾਣਗੇ ਘਟੀ ਜਾਊਗਾ। ਤੁਸੀਂ ਇੱਥੇ ਮੈਨੂੰ 15 ਸਾਲ ਹੋਏ ਆ, ਮੈਂ ਇੱਥੇ ਮੇਰਾ ਇਹ ਤਜਰਬਾ ਹੈ ਬਈ ਜਿਹੜੇ ਤਾਂ ਬੰਦੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਪੰਥਕ ਸਮਾਗਮਾਂ ਦੇ ਵਿੱਚ ਆਉਂਦੇ ਆ, ਉਹ ਗੱਲ ਬਹੁਤ ਧਿਆਨ ਨਾਲ ਸੁਣਦੇ ਆ। ਜਿਹੜੇ ਪੁਰਾਣੇ ਪੰਥਕ ਸਿੱਕੇ ਬੰਦ, ਉਹ ਆਡੀ ਮੈਵਲ ਲਾ ਕੇ ਖੜੇ ਹੁੰਦੇ ਆਪਦੀ, ਉਹ ਗੱਲ ਸੁਣਦੇ ਵੀ ਨਹੀਂ ਕਿਸੇ ਦੀ। ਸੋ ਤੁਸੀਂ ਗੱਲ ਠੀਕ ਕੀਤੀ ਆ ਵੀ ਜੇ ਕਿਤੇ ਸਮਾਗਮ ਚੱਲ ਰਿਹਾ, ਜਿਹੜਾ ਬੁਲਾਰਾ ਬੋਲ ਰਿਹਾ ਉਹਨੂੰ ਸੁਣੋ, ਗੱਲਾਂ ਘਰੇ ਬਹਿ ਕੇ ਕਰ ਲਓ, ਠੀਕ ਹੈ ਨਾ। ਜੇ ਗੱਲਾਂ ਹੀ ਕਰਨੀਆਂ, ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹੈ। ਇੱਥੇ ਨਾ ਜਿਹੜੀ ਕੈਨੇਡਾ ਨੂੰ ਮੈਂ ਇਹ ਸਮਝਦਾ ਵੀ ਬੰਦਾ ਕੌਮ ਉਹ ਸਹੀ ਹੁੰਦੀ ਆ ਜਿਹੜੀ ਜਿੱਥੇ ਜਾ ਕੇ ਰਹਿੰਦੀ ਆ ਉਹਨੂੰ ਪਹਿਲਾਂ ਨਾਲੋਂ ਵੀ ਵਧੀਆ ਬਣਾ ਦਿੰਦੀ ਆ, ਠੀਕ ਆ। ਜੇ ਆਪਾਂ ਇੱਥੇ ਆਏ ਆ ਤਾਂ ਆਪਣੀ ਜ਼ਿੰਮੇਵਾਰੀ ਇਹ ਆ ਵੀ ਆਪਾਂ ਇਹਨੂੰ ਜਿਹੋ ਜਿਹਾ ਆਪਣੇ ਆਉਣ ਤੋਂ ਪਹਿਲਾਂ ਸੀ ਉਹਦੇ ਨਾਲੋਂ ਵਧੀਆ ਬਣਾਈਏ। ਇੱਥੇ ਦੁਨਿਆਵੀ ਚੀਜ਼ਾਂ ਦੀ ਤਾਂ ਕੋਈ ਘਾਟ ਨਹੀਂ, ਸਾਰੀਆਂ ਦੁਨਿਆਵੀ ਚੀਜ਼ਾਂ ਜਿਹੜੀਆਂ ਉਹ ਬਹੁਤ ਆ ਇੱਥੇ, ਪਰ ਇੱਕ ਜਿਹੜੀ ਮੈਂ ਨਿੱਘ ਦੀ ਗੱਲ ਕੀਤੀ ਆ ਉਹ ਇੱਥੇ ਹੈ ਨਹੀਂ ਜਾ। ਕੀ ਗੱਲ ਹਾਂਜੀ ਠੀਕ ਹੈ।
ਸੋ ਤੁਹਾਡੀਆਂ ਗੱਲਾਂ ਸੁਣ ਕੇ ਜਿਹੜੀਆਂ ਮੈਨੂੰ ਪੁਰਾਣੀਆਂ ਯਾਦਾਂ, ਜੋ ਕੁਝ ਮੈਨੂੰ ਜਦੋਂ ਮੈਂ ਨਵਾਂ ਆਇਆ ਉਹ ਮਹਿਸੂਸ ਹੋਇਆ, ਉਹ ਮੇਰੇ ਦਿਲ ਦੇ ਵਿੱਚ ਪੁਰਾਣੀਆਂ ਯਾਦਾਂ ਜਿਹੜੀਆਂ ਉਹ ਹੋ ਗਈਆਂ। ਪਰ ਇੱਕ ਖਤਰਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਣਾ ਉਹ ਇਹ ਹੈ ਵੀ ਇੱਥੋਂ ਦਾ ਸਿਸਟਮ ਇੰਨਾ ਸਟਰੋਂਗ ਆ, ਇੰਨਾ ਤਕੜਾ ਹੈ ਵੀ ਇਹ ਬੰਦੇ ਦੇ ਵਿੱਚੋਂ ਨਾ, ਬੰਦੇ ਦੇ ਦਿਲ ਚੋਂ ਨਿੱਘ ਚੂਸ ਹੀ ਲੈਣਾ, ਬੰਦੇ ਨੂੰ ਬੇਤਰਸ ਬਣਾ ਦੇਣਾ। ਸੋ ਉਹ ਤੁਸੀਂ, ਮੇਰੀ ਬੇਨਤੀ ਆ ਵੀ ਧਿਆਨ ਰੱਖਿਓ, ਉਹ ਮਰਨ ਨਹੀਂ ਦੇਣੀ ਗੱਲ ਇਹ ਆਪਾਂ। ਓਕੇ, ਸੋ ਜਿਹੜੀ ਇਹ ਜਿੱਤ ਹੋਈ ਆ 2022 ਦੇ ਵਿੱਚ, ਇਹ ਕੀ ਆ, ਇਹਨੂੰ ਥੋੜਾ ਜਿਹਾ ਆਪਾਂ ਸਮਝਣ ਦੀ ਯਤਨ ਕਰਾਂਗੇ। ਜਿਹੜਾ ਸਿੱਖਾਂ ਦਾ ਪਿਛਲੇ 70-80 ਸਾਲ ਦਾ 1947 ਤੋਂ ਲੈ ਕੇ ਇਤਿਹਾਸ ਹੈ, ਉਹਦੇ ਸੰਦਰਭ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਸਿੱਖਾਂ ਦੇ ਪੈਰਾਂ ਦੇ ਵਿੱਚ ਬੇੜੀਆਂ ਪਈਆਂ ਹੋਈਆਂ ਸੀ, ਜੰਜੀਰਾਂ ਨੇ ਜਕੜਿਆ ਹੋਇਆ ਸੀ, ਸਾਡੇ ਤੋਂ ਇੱਕ ਕਦਮ ਵੀ ਨਹੀਂ ਸੀ ਪੁੱਟਿਆ ਜਾਂਦਾ। ਅਸੀਂ ਉਹੀ ਜੰਜੀਰਾਂ ਦੇ ਵਿੱਚ ਜਕੜੇ ਕੇ ਤੜਫੀ ਜਾਂਦੇ ਸੀ, ਪਰ ਸਾਡੇ ਤੋਂ ਅੱਗੇ ਨਹੀਂ ਸੀ ਵਧਿਆ ਜਾਂਦਾ। ਇਹ ਜਿੱਤ ਇਤਿਹਾਸਕ ਇਸ ਵਾਸਤੇ ਹੈ ਵੀ ਇਹਨੇ ਉਹ ਜੰਜੀਰਾਂ ਤੋੜ ਕੇ ਇੱਕ ਕਦਮ ਅੱਗੇ ਵਧਾਇਆ। ਇੱਕ ਕਦਮ ਵੀ ਅੱਗੇ ਵਧਣਾ ਬਹੁਤ ਵੱਡੀ ਗੱਲ ਹੈ। ਜੇ ਸਾਡਾ ਇੰਨੇ 20-22 ਸਾਲਾਂ ਬਾਅਦ ਇੱਕ ਕਦਮ ਅੱਗੇ ਵਧਿਆ ਤਾਂ ਇਹਦਾ ਮਤਲਬ ਹੈ ਕਿ ਉਹ ਜੰਜੀਰਾਂ ਟੁੱਟੀਆਂ ਤੇ ਹੁਣ ਅਗਲੇ ਕਦਮ ਜਿਹੜੇ ਉਹ ਵੀ ਅੱਗੇ ਵਧਣਗੇ। ਪਰ ਜਿਹੜੀ ਅੱਜ ਸੋਚਣ ਵਾਲੀ ਗੱਲ ਆ ਉਹ ਇਹ ਹੈ ਕਿ ਅੱਜ ਤੋਂ 173 ਸਾਲ ਪਹਿਲਾਂ ਸਿੱਖਾਂ ਦਾ ਪੰਜਾਬ ਦੇ ਰਾਜ ਸੀ। ਉਹ ਰਾਜ ਆ ਜਿਹੜਾ ਉਹ ਮਾੜਾ ਮੋਟਾ ਰਾਜ ਨਹੀਂ ਸੀ, ਉਹ ਉਸ ਵੇਲੇ ਤੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਸੀ ਜਿਹੜੀਆਂ ਫਰਾਂਸ, ਬ੍ਰਿਟੇਨ, ਜਰਮਨੀ, ਰੂਸ, ਅਫਗਾਨਿਸਤਾਨ, ਅਮਰੀਕਾ, ਉਹਨਾਂ ਤਾਕਤਾਂ ਦੇ ਬਰਾਬਰ ਖਿੰਦਾ ਰਾਜ ਸੀ। ਤੇ ਇਹੋ ਜਿਹਾ ਰਾਜ ਸੀ ਵੀ ਜਿਵੇਂ ਆਪਾਂ ਇੱਥੇ ਕੰਮ ਕਰਨ ਆਉਣੇ ਆ, ਉਵੇਂ ਅਮਰੀਕਾ ਤੋਂ, ਯੂਰਪ ਤੋਂ ਗੋਰੇ ਆ ਜਿਹੜੇ ਉਹ ਕੰਮ ਕਰਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬ ਜਾਂਦੇ ਸੀ। ਜਿਹੜਾ ਹੁਣ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਨਾ ਵੋਟਾਂ ਤੋਂ ਪਹਿਲਾਂ ਵੀ ਇੱਥੇ ਗੋਰੇ ਕੰਮ ਕਰਨ ਆਇਆ ਕਰਨਗੇ, ਤੇ ਉਹਦਾ ਬਹੁਤ ਮਜ਼ਾਕ ਬਣਿਆ ਤੇ ਬਣਨਾ ਵੀ ਚਾਹੀਦਾ ਸੀ। ਪਰ ਕਿਸੇ ਵੇਲੇ ਇਹ ਸੱਚ ਸੀ, ਕਿਸੇ ਵੇਲੇ ਸੱਚੀ ਆਏ ਹੁੰਦਾ ਸੀ। ਤੇ ਉਹਨਾਂ ਹੀ ਬੰਦਿਆਂ ਨੇ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਨੌਕਰੀਆਂ ਕੀਤੀਆਂ, ਉਹਨਾਂ ਨੇ ਬਾਅਦ ਚ ਕਿਤਾਬਾਂ ਲਿਖੀਆਂ ਜਿਹੜੀਆਂ ਕਿ ਆਪਾਂ ਨੂੰ ਮਿਲਦੀਆਂ, ਆਪਾਂ ਪੜ੍ਹ ਸਕਦੇ ਹਾਂ। ਸੋ ਗੱਲ ਅੱਜ ਸੋਚਣ ਵਾਲੀ ਇਹ ਹੈ ਕਿ ਕਹਾਣੀ ਇੰਨੀ ਦੂਰ ਆਈ ਕਿਵੇਂ, ਕਿ ਦੁਨੀਆ ਦੀ ਇੱਕ ਐਡੀ ਤਾਕਤਵਰ ਕੌਮ ਉਹ ਇਸ ਹਾਲਤ 'ਚ ਫਸ ਕਿਵੇਂ ਗਈ ਕਿ ਸਾਡਾ ਕਿਤੇ ਕੋਈ ਸੁਣਵਾਈ ਨਹੀਂ ਸਾਡੀ, ਅਸੀਂ ਮਰੀ ਵੀ ਜਾਂਦੇ ਆ ਤੇ ਦੋਸ਼ੀ ਵੀ ਸਾਨੂੰ ਹੀ ਬਣਾ ਦਿੱਤਾ ਜਾਂਦਾ। ਸੋ ਇਹ ਕਹਾਣੀ ਮੈਂ ਥੋੜੇ ਸਮੇਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਉਹਦੇ ਤੋਂ ਪਹਿਲਾਂ ਇੱਕ ਬੇਨਤੀ ਆ, ਕੋਈ ਵੀ ਕੌਮ ਆ ਜਿਹੜੀ ਉਹਦਾ ਇਤਿਹਾਸ ਦੋ ਪਹੀਆਂ ਤੇ ਅੱਗੇ ਵਧਦਾ। ਇੱਕ ਪਹੀਏ ਦਾ ਨਾਮ ਹੈ ਐਕਸ਼ਨ ਤੇ ਦੂਜੇ ਪਹੀਏ ਦਾ ਨਾਮ ਹੈ ਅੰਡਰਸਟੈਂਡਿੰਗ। ਜਿਹੜਾ ਤਾਂ ਐਕਸ਼ਨ ਵਾਲਾ ਪਹੀਆ ਉਹ ਤਾਂ ਤੁਸੀਂ ਸਿੱਖਾਂ ਕੋਲੇ ਆ, ਉਹਦਾ ਜਿਵੇਂ ਪੂਰਾ ਗਰੀਸ ਹੋਇਆ ਵਿਆ ਤੇ ਉਹ ਕਦੇ ਢਿੱਲਾ ਪੈਂਦਾ ਵੀ ਨਹੀਂ ਗਾ। ਜਿਹੜਾ ਅੰਡਰਸਟੈਂਡਿੰਗ ਵਾਲਾ ਪਹੀਆ ਉਹ ਜਿਵੇਂ ਟੁੱਟਿਆ ਵਿਆ, ਉਹ ਕੰਮ ਹੀ ਨਹੀਂ ਕਰਦਾ। ਇਸ ਗੱਲ ਕਰਕੇ ਸਿੱਖਾਂ ਦਾ ਇਤਿਹਾਸ ਆ ਜਿਹੜਾ ਉਹ ਅੱਗੇ ਨਹੀਂ ਵਧ ਰਿਹਾ। ਉਹਦੀ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇਵਾਂ, 1947 ਚ ਜੋ ਵਾਪਰਿਆ ਉਹਦੇ ਬਾਰੇ ਜ਼ਿਆਦਾ ਮਸ਼ਹੂਰ ਗੱਲ ਇਹ ਆ ਕਿ ਸਾਡੇ ਲੀਡਰਾਂ ਨੇ ਸਾਨੂੰ ਵੇਚਤਾ, ਜੇ ਸਾਡੇ ਲੀਡਰ ਚੰਗੇ ਹੁੰਦੇ ਸਾਡਾ ਕੁਝ ਬਣ ਜਾਂਦਾ। ਮੈਨੂੰ ਨਹੀਂ ਲੱਗਦਾ ਗੱਲ ਇਹ ਆ, ਮੈਨੂੰ ਲੱਗਦਾ ਗੱਲ ਇਹ ਆ ਕਿ ਸਿੱਖਾਂ ਨੂੰ ਕਲੈਕਟਿਵਲੀ ਇਹ ਅੰਡਰਸਟੈਂਡਿੰਗ ਹੈ ਨਹੀਂ ਸੀ 47 ਤੋਂ ਪਹਿਲਾਂ ਕਿ ਜੇ ਅਸੀਂ ਹੁਣ ਰਾਜ ਨਾ ਲਿਆ ਤਾਂ ਸਾਡੇ ਨਾਲ ਬਹੁਤ ਮਾੜੀ ਹੋਊਗੀ, ਸਾਡੀ ਨਸਲਕੁਸ਼ੀ ਹੋਊਗੀ ਤੇ ਦਰਬਾਰ ਸਾਹਿਬ ਨੂੰ ਢਾਇਆ ਜਾਊਗਾ, ਅਕਾਲ ਤਖਤ ਸਾਹਿਬ ਨੂੰ ਢਾਇਆ ਜਾਊਗਾ। ਇਹ ਗੱਲ ਦੀ ਅੰਡਰਸਟੈਂਡਿੰਗ ਨਹੀਂ ਸੀ। ਮੁਸਲਮਾਨਾਂ ਨੂੰ ਇਹ ਗੱਲ ਦੀ ਅੰਡਰਸਟੈਂਡਿੰਗ ਸੀ। 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਦੇ ਖਿਲਾਫ ਜਿਹੜੀਆਂ ਉਸ ਵੇਲੇ ਤੇ ਸਾਊਥ ਏਸ਼ੀਆ ਦੇ ਵਿੱਚ 3 ਕੌਮਾਂ ਵੱਡੀਆਂ ਸੀ, ਹਿੰਦੂ ਸਭ ਤੋਂ ਜ਼ਿਆਦਾ ਗਿਣਤੀ 'ਚ, ਫਿਰ ਮੁਸਲਮਾਨ ਤੇ ਫਿਰ ਸਿੱਖ ਸਭ ਤੋਂ ਘੱਟ ਗਿਣਤੀ 'ਚ। ਉਸ ਵੇਲੇ ਦੇ ਪੰਜਾਬ 'ਚ ਵੀ ਸਿੱਖ ਆ ਜਿਹੜੇ ਉਹ 10-12% ਸੀ, ਤੇ ਪਰ ਪੂਰੇ ਜੇ ਸਾਊਥ ਏਸ਼ੀਆ ਸਣੇ, ਪਾਕਿਸਤਾਨ ਸਣੇ
ਬੰਗਲਾਦੇਸ਼ ਲਾਉਣਾ ਹੋਵੇ ਤਾਂ ਉਹ 1% ਵੀ ਨਹੀਂ ਸੀਗੇ। ਪਰ ਸਿੱਖ ਇੰਨੀ ਐਕਟਿਵ ਕੌਮ ਸੀ, ਇੰਨੇ ਐਕਟਿਵ ਸੀ ਕਿ ਉਸ ਸੰਘਰਸ਼ ਦੇ ਵਿੱਚ ਉਹਨਾਂ ਦਾ ਯੋਗਦਾਨ ਜਿਹੜਾ ਉਹ ਆਪਦੀ ਗਿਣਤੀ ਤੋਂ ਕਈ 100 ਗੁਣਾ ਵੱਧ ਆ। ਜਿਹੜੇ ਹਿੰਦੂ ਤੇ ਮੁਸਲਮਾਨ ਸੀ ਉਹਨਾਂ ਦੀ ਸਟਰੈਂਥ ਕੀ ਸੀ, ਉਹਨਾਂ ਦੀ ਇਹ ਸਟਰੈਂਥ ਸੀ, ਉਹਨਾਂ ਨੇ ਅੰਡਰਸਟੈਂਡ ਕਰ ਲਿਆ ਬਈ ਅੰਗਰੇਜ਼ ਦੇ ਆਉਣ ਨਾਲ ਪੁਰਾਣਾ ਸਿਸਟਮ ਤਬਾਹ ਹੋ ਗਿਆ, ਪਰ ਇਹਨਾਂ ਦੇ ਜਾਣ ਨਾਲ ਇੱਕ ਨਵਾਂ ਸਿਸਟਮ ਬਣੂਗਾ। ਉਹ ਨਵੇਂ ਸਿਸਟਮ ਦੇ ਵਿੱਚ ਆਪਦੀ ਥਾਂ ਕਿਵੇਂ ਅਸੀਂ ਬਣਾਉਣੀ ਹੈ, ਉਹ ਨਵੇਂ ਸਿਸਟਮ ਦੇ ਵਿੱਚੋਂ ਸਾਡੇ ਹੱਥਾਂ 'ਚ ਪਾਵਰ ਆ ਜਾਏ, ਇਹ ਕਿਵੇਂ ਯਕੀਨੀ ਬਣਾਉਣਾ, ਇਹ ਉਹਨਾਂ ਨੇ ਅੰਡਰਸਟੈਂਡ ਕਰ ਲਿਆ। ਸਿੱਖਾਂ ਨੇ ਅੰਡਰਸਟੈਂਡ ਹੀ ਨਹੀਂ ਕੀਤਾ। ਸਿੱਖਾਂ ਦਾ ਸਾਰਾ ਜ਼ੋਰ ਹੈ ਜਿਹੜਾ ਉਹ ਇਸ ਗੱਲ ਤੇ ਲੱਗਿਆ ਰਿਹਾ ਕਿ ਅਸੀਂ ਐਕਟਿਵ ਹੋ ਕੇ ਪੂਰਾ ਐਕਸ਼ਨ ਕਰਕੇ ਪੂਰਾ ਜ਼ੋਰ ਲਾ ਕੇ ਅੰਗਰੇਜ਼ਾਂ ਦਾ ਵਿਰੋਧ ਕਰਨਾ। ਪਰ ਇਹ ਸੋਚਿਆ ਨਹੀਂ ਵੀ ਜਦੋਂ ਇਹ ਜਾਣਗੇ ਉਦੋਂ ਜੋ ਕੁਝ ਬਣਨਾ ਉਸ ਬਣਨ ਦੇ ਵਿੱਚ ਸਾਡੀ ਕੀ ਹਾਲਤ ਹੋਣੀ ਹੈ, ਸਾਡੀ ਸਿਚੁਏਸ਼ਨ ਕੀ ਹੋਣੀ ਹੈ। ਸੋ ਉਹਦੇ ਜਿਹੜਾ ਆਪਾਂ ਸਾਰੀ ਗੱਲ ਕਰਦੇ ਆ ਕਿ ਨਹਿਰੂ ਤੇ ਗਾਂਧੀ ਨੇ ਵਾਅਦੇ ਕੀਤੇ, ਉਹ ਵਾਅਦੇ ਪੂਰੇ ਨਹੀਂ ਕੀਤੇ। ਮੈਂ ਪੰਜਾਬ ਯੂਨੀਵਰਸਿਟੀ ਪੜ੍ਹਦਾ ਸੀ, ਉੱਥੇ ਇੱਕ ਵਾਰੀ ਇੱਕ ਹਿੰਦੂ ਮੁੰਡੇ ਨਾਲ ਸਟੂਡੈਂਟ ਸੈਂਟਰ ਤੇ ਸਾਡੀ ਬਹਿਸ ਹੋ ਗਈ ਕਿ ਅਸੀਂ ਆਹ ਇਤਿਹਾਸ ਦੀਆਂ ਗੱਲਾਂ ਜਿਹੜੀਆਂ ਉਹਨੂੰ ਦੱਸਣ ਲੱਗੇ ਕਿ ਦੇਖੋ ਜੀ ਆਹ ਵਾਅਦੇ ਕੀਤੇ ਸਿੱਖਾਂ ਨਾਲ ਪੂਰੇ ਨਹੀਂ ਕੀਤੇ। ਉਹ ਸਾਰੀ ਸਾਡੀ ਗੱਲ ਸੁਣੀ ਗਿਆ ਧਿਆਨ ਨਾਲ। ਅਖੀਰ ਤੇ ਸਾਨੂੰ ਕਹਿੰਦਾ ਸਾਨੂੰ ਤਾਂ ਭਰਾ ਨਿੱਕੇ ਹੁੰਦਿਆਂ ਨੂੰ ਸਿਖਾਇਆ ਹੀ ਇਹ ਜਾਂਦਾ ਵੀ ਦੂਜੇ ਨੂੰ ਵਰਤਣਾ ਕਿਵੇਂ ਆ, ਅਸੀਂ ਤੁਹਾਨੂੰ ਵਰਤ ਲਿਆ ਤੇ ਅਸੀਂ ਵਧੀਆ ਰਹਿ ਗਏ, ਤੁਸੀਂ ਲੁੱਟੇ ਗਏ, ਕੀ ਕਰੀਏ ਫਿਰ। ਉਹਨੇ ਸੱਚੀ ਗੱਲ ਕੀਤੀ, ਠੀਕ ਆ, ਗੁੱਸਾ ਲੱਗਿਆ ਸਾਨੂੰ, ਪਰ ਗੱਲ ਇਹ ਸੱਚੀ ਆ। ਅਸਲੀ ਗੱਲ ਇਹ ਹੈ ਕਿ ਅਸੀਂ ਮੂਰਖ ਬਣ ਕੇ ਅਗਲੇ ਨੇ ਬਣਾ ਲਿਆ, ਪਰ ਬਣਾਇਆ ਤਾਂ ਅਗਲੇ ਨੇ ਤਾਂ ਵੀ ਅਸੀਂ ਬਣ ਗਏ ਕਿਉਂਕਿ ਅੰਡਰਸਟੈਂਡਿੰਗ ਵਾਲਾ ਤਾਂ ਸਾਡਾ ਖਾਣਾ ਕੰਮ ਹੀ ਨਹੀਂ ਸੀ ਕਰਦਾ। ਇਹ ਗੱਲ ਮੈਨੂੰ ਤਾਂ ਕਰਨੀ ਪੈ ਰਹੀ ਹੈ, ਇਤਿਹਾਸ ਦੱਸਣ ਵਾਸਤੇ ਨਹੀਂ, ਇਹ ਗੱਲ ਮੈਨੂੰ ਤਾਂ ਕਰਨੀ ਪੈ ਰਹੀ ਹੈ ਵੀ ਵਾਰੀ-ਵਾਰੀ ਵਾਪਰੀ ਜਾਂਦੀ ਆ, ਵਾਰੀ-ਵਾਰੀ ਉਹੀ ਗੱਲ ਵਾਪਰੀ ਜਾਂਦੀ। ਉਹਦੀ ਉਦਾਹਰਨ ਮੈਂ ਦੇ ਸਕਦਾ ਪਰ ਚਲੋ ਕੋਈ ਲੋੜ ਨਹੀਂ। ਉਹਦੇ ਤੋਂ ਬਾਅਦ ਕੀ ਹੋਇਆ, ਮੈਂ ਹੁਣ ਇੱਕ ਤੁਹਾਨੂੰ ਹਵਾਲਾ ਦਿੰਦਾ। ਸੁਰਿੰਦਰ ਸਿੰਘ ਵਣਜਾਰਾ ਬੇਦੀ ਇੱਕ ਪੰਜਾਬੀ ਦਾ ਲੇਖ ਹੋਇਆ ਬਹੁਤ ਵੱਡਾ, ਪੰਜਾਬੀ ਸੱਭਿਆਚਾਰ ਬਾਰੇ ਉਹਨੇ 70-80 ਕਿਤਾਬਾਂ ਲਿਖੀਆਂ। ਉਹ ਬੰਦੇ ਦਾ ਪੋਲਿਟਿਕਸ ਕੋਈ ਇੰਟਰਸਟ ਨਹੀਂ ਸੀ ਤੇ ਪੋਲੀਟੀਕਲ ਉਹਨੇ ਕਦੇ ਲਿਖਿਆ ਨਹੀਂ, ਪੰਜਾਬੀ ਸੱਭਿਆਚਾਰ ਬਾਰੇ ਹੀ ਲਿਖਿਆ। ਉਹਨੇ ਆਪਦੀ ਜੀਵਨੀ ਦੇ ਵਿੱਚ ਇੱਕ ਘਟਨਾ ਲਿਖੀ। ਉਹ ਕਹਿੰਦਾ ਵੀ ਜਦੋਂ 47 ਤੋਂ ਬਾਅਦ ਸਿੱਖ ਉੱਜੜ ਕੇ ਉਧਰੋਂ ਆਏ ਸੀ ਤੇ ਉਹ ਬਹੁਤ ਜ਼ਿਆਦਾ ਸਾਰਾ ਕੁਝ ਲੁਟਾ ਪਟਾ ਕੇ ਜਾਇਦਾਦ, ਪਰਿਵਾਰ ਮਾਰੇ ਗਏ ਲੋਕਾਂ ਦੇ, ਬਹੁਤ ਬੁਰੀ ਹਾਲਤ 'ਚ ਸੀ ਤੇ ਬਹੁਤ ਵਲੂੰਦਰੇ ਹੋਏ ਸੀ ਸਿੱਖ। ਤੇ ਉਦੋਂ ਬਾਅਦ 'ਚ ਸਿੱਖਾਂ ਨੂੰ ਆਏ ਸੀਗਾ ਵੀ ਸਿੱਖਾਂ ਦੇ ਮਨ 'ਚ ਇਹ ਸੀ ਕਿ ਸਾਨੂੰ ਜ਼ਰੂਰ ਜਿਹੜੀ ਇੰਡੀਪੈਂਡੈਂਟ ਇੰਡੀਆ ਦੀ ਜਿਹੜੀ ਸਰਕਾਰ ਨਵੀਂ ਬਣੀ ਹੈ ਵੀ ਉਹ ਸਾਡੇ ਵਾਸਤੇ ਜ਼ਰੂਰ ਕੁਛ ਨਾ ਕੁਛ ਕਰੂਗੀ, ਸਾਡੀ ਸਰਕਾਰ ਹੈ, ਅਸੀਂ ਇਸ ਮੁਲਕ ਵਾਸਤੇ ਲੜਦੇ ਰਹੇ ਹਾਂ। ਉਹ ਪਟਿਆਲੇ ਕਹਿੰਦਾ ਅਸੀਂ ਰਹਿੰਦੇ ਸੀ ਤੇ ਪਟੇਲ ਜਿਹੜਾ ਉਸ ਵੇਲੇ ਗ੍ਰਹਿ ਮੰਤਰੀ ਸੀ, 1948 ਦੀ ਗੱਲ ਆ ਇਹ, ਉਹਨੇ ਆਉਣਾ ਸੀ। ਉਹ ਕਹਿੰਦਾ ਵੀ ਅਸੀਂ ਬੜੇ ਚਾਅ ਨਾਲ ਸੁਣਨ ਗਏ ਉਹਦਾ ਲੈਕਚਰ ਵੀ ਉਹ ਆਊਗਾ ਇੱਥੇ ਐਲਾਨ ਕਰੂਗਾ ਵੀ ਸਿੱਖਾਂ ਵਾਸਤੇ ਕੀ ਸਿੱਖਣ ਨੂੰ ਮਿਲਣਾ। ਕਹਿੰਦਾ ਉਹ ਆਇਆ, ਉਹਨੇ ਲੈਕਚਰ ਕੀਤਾ, ਸਿੱਖਾਂ ਦਾ ਨਾਂ ਹੀ ਨਹੀਂ ਲਿਆ, ਕਹਿੰਦਾ ਗੱਲ ਹੀ ਕੋਈ ਨਹੀਂ ਕੀਤੀ। ਕਹਿੰਦਾ ਅਸੀਂ ਉਹਦੀ ਗੱਲ ਸੁਣ ਕੇ, ਉਹ ਲੈਕਚਰ ਸੁਣ ਕੇ ਕਹਿੰਦਾ ਅਸੀਂ ਇੰਨੇ ਉਦਾਸ ਹੋ ਗਏ ਬਈ ਅਸੀਂ ਕਹਿੰਦਾ ਸਿਰ ਸੱਟ ਕੇ ਘਰਾਂ ਨੂੰ ਮੁੜਿਆ ਏ ਬਈ ਹੁਣ ਆਪਣਾ ਕੁਝ ਨਹੀਂ ਬਣਨਾਗਾ ਇੱਥੇ। ਤੇ ਜਿਹੜਾ ਪਿਛਲੇ 70-80 ਸਾਲ ਦਾ ਇਤਿਹਾਸ ਹੈ ਉਹ ਇਹ ਹੈ ਵੀ ਬਾਨਾ ਤਾਂ ਸਿੱਖਾਂ ਦਾ ਕੀ ਸੀ, ਜੋ ਕੁਝ ਸੀ ਉਹਨਾਂ ਨੇ ਉਹ ਵੀ ਖੋਲਿਆ। ਹੁਣ ਜਿਹੜਾ ਪ੍ਰਵਾਸ ਵੀ ਹੈ, ਜਿਹੜਾ ਇੱਥੇ ਅਸੀਂ ਆ ਰਹੇ ਆ, ਉਹਦੇ ਪਿੱਛੇ ਜਿਹੜੀ ਪੰਜਾਬ ਦੇ ਪ੍ਰਤੀ ਦਿੱਲੀ ਦੀ ਜਿਹੜੀ ਕਲੋਨੀਅਲ ਪਾਲਿਸੀ ਆ ਉਹ ਵੀ ਤਾਂ ਕੰਮ ਕਰ ਰਹੀ ਹੈ ਨਾ। ਅਸੀਂ ਵੈਸੇ ਥੋੜੀ ਆ ਰਹੇ ਆ ਇੱਥੇ। ਹੁਣ ਆਪਾਂ ਨੂੰ ਤਾਂ ਉੱਤੋਂ ਵੇਖਣ ਨੂੰ ਐਂ ਲੱਗਦਾ ਬਈ ਜਿਹੜਾ ਬੰਦਾ ਕੈਨੇਡਾ ਦਾ ਵੀਜ਼ਾ ਲੈ ਜਾਂਦਾ ਉਹਦੀ ਪ੍ਰਾਪਤੀ ਆ, ਉਹ ਕਹਿੰਦਾ ਲੈ ਮੇਰਾ ਬਹੁਤ ਵਧੀਆ ਹੋ ਗਿਆ ਜੀ, ਮੇਰਾ ਸ਼ੁਕਰ ਆ ਮੇਰਾ ਵੀਜ਼ਾ ਲੱਗ ਗਿਆ। ਪਰ ਅਸਲੀਅਤ ਇਹ ਨਹੀਂ ਗੀ। ਅਸਲੀਅਤ ਇਹ ਹੈ ਕਿ ਪਿਛਲੇ 70-80 ਸਾਲ ਦੀ ਜਿਹੜੀ ਪਾਲਿਸੀ ਆ ਉਹਨੇ ਸਿਸਟੇਮੈਟਿਕਲੀ ਪੰਜਾਬ ਨੂੰ ਤਬਾਹ ਕੀਤਾ। ਪੰਜਾਬ ਦਾ ਖਾਸ ਕਰਕੇ ਜਿਹੜਾ ਖੇਤੀ ਸੈਕਟਰ ਆ ਉਹ ਤਬਾਹ ਕੀਤਾ ਤੇ ਉਹਦੇ ਵਿੱਚੋਂ ਜਿਹੜੀ
ਉਹ ਮਾਈਗ੍ਰੇਸ਼ਨ ਨਿਕਲ ਕੇ ਸਾਡੇ ਸਾਹਮਣੇ ਹੈ। ਜੇ ਕੋਈ ਕਿਸੇ ਵੀ ਹੋਰ ਕੌਮ ਨਾਲ 1984 ਵਾਪਰਿਆ ਹੁੰਦਾ, ਮਾਡਰਨ ਵਰਲਡ ਦੇ ਵਿੱਚ ਕਦੇ ਆਏ ਨਹੀਂ ਹੋਇਆ ਵੀ ਕਿਸੇ ਕੌਮ ਦਾ ਜਿਹੜਾ ਸੈਂਟਰਲ ਉਹਦਾ ਧਾਰਮਿਕ ਸਥਾਨ ਹੈ ਉਹਦੇ ਤੇ ਹਮਲਾ ਹੋਇਆ ਹੋਵੇ, ਕਿਸੇ ਕੌਮ ਨਾਲ ਨਹੀਂ ਹੋਇਆ। ਅਮਰੀਕਾ ਦੀ ਮੁਸਲਮਾਨਾਂ ਨਾਲ ਕਿੰਨੀ ਲੜਾਈ ਚੱਲ ਰਹੀ ਹਜੇ ਵੀ, ਪਰ ਉਹਨਾਂ ਨੇ ਮੱਕੇ ਤੇ ਹਮਲਾ ਥੋੜੀ ਕੀਤਾ, ਠੀਕ ਹੈ ਨਾ। ਪਹਿਲਾਂ ਵੀ ਸਦੀਆਂ ਤੋਂ ਮੁਸਲਮਾਨਾਂ ਦੀ ਯੂਰਪੀਅਨਾਂ ਨਾਲ ਲੜਾਈ ਚੱਲਦੀ ਰਹੀ ਆ, ਨਾ ਮੁਸਲਮਾਨਾਂ ਨੇ ਵੈਟੀਕਨ ਤੇ ਹਮਲਾ ਕੀਤਾ, ਨਾ ਉਹਨਾਂ ਨੇ ਯੂਰਪੀਅਨਾਂ ਨੇ ਕ੍ਰਿਸਚੀਅਨਾਂ ਨੇ ਕਾਬੇ ਤੇ ਹਮਲਾ ਕੀਤਾ। ਹਾਲਾਂਕਿ ਦੋਵੇਂ ਹੀ ਧਿਰਾਂ ਜਿਹੜੀਆਂ ਜਿੱਤਦੀਆਂ ਹਾਰਦੀਆਂ ਰਹੀਆਂ ਇਤਿਹਾਸ 'ਚ ਕਰ ਸਕਦੇ ਸੀ, ਪਰ ਇੰਨੀ ਕੁ ਉਹਨਾਂ 'ਚ ਇਨਸਾਨੀਅਤ ਸੀ ਇੱਕ ਦੂਜੇ ਪ੍ਰਤੀ ਵੀ ਲੜ ਕੇ ਵੀ ਉਹ ਕੁਛ ਨਾ ਕੁਛ ਧਿਆਨ ਰੱਖਦੇ ਸੀ। ਜਿਹੜੇ ਦੁਸ਼ਮਣ ਨਾਲ ਸਾਡਾ ਵਾਹ ਪਿਆ ਉਹਦੇ ਵਿੱਚ ਇਨਸਾਨੀਅਤ ਨਹੀਂ ਹੈਗੀ, ਤੇ ਉਹਨੇ ਤੁਸੀਂ ਕਰ ਲਓ, ਆਜੋ ਮਾਨ ਸਾਹਿਬ ਦੀ ਗੱਲ ਤੁਸੀਂ ਇੱਥੇ ਲੱਗੇ ਤੁਸੀਂ ਰਹੇ ਕਰ। ਹੋ ਮਾੜੇ ਤੇ ਹੋਇਆ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਦਦ ਕੀਤੀ ਆ ਤੇ ਉਸ ਮਦਦ ਦਾ ਰਿਜ਼ਲਟ ਸਾਨੂੰ ਕੱਲ ਮਿਲਿਆ। ਇੱਕ ਜਿਸ ਨੂੰ ਕਦੇ ਮਾਨ ਸਾਹਿਬ ਵੀ ਮੀਡੀਆ ਦੇ ਸਾਹਮਣੇ ਸਿੱਖ ਕੌਮ ਨੂੰ ਮਿਹਣਾ ਮਾਰਦੇ ਸੀ ਵੀ ਇਹ ਮੈਨੂੰ ਵੋਟਾਂ ਨਹੀਂ ਪਾਉਂਦੇ, ਸਿੱਖ ਕੌਮ ਨੇ ਇਹ ਐਲਾਮਾ ਵੀ ਲਾ ਦਿੱਤਾ। ਸਾਡੇ ਵੀਰ ਕੈਨੇਡਾ, ਅਮਰੀਕਾ, ਵਰਲਡ ਵਾਈਡ ਰੈਫਰੈਂਡਮ ਦੀ ਗੱਲ ਕਰਦੇ ਆ, ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਦੇ ਆ। ਉਹ ਪੰਜਾਬ ਦੇ ਵਿੱਚ ਵੀ ਸਾਨੂੰ ਇੱਕ ਮਿਹਣਾ ਮਾਰਿਆ ਜਾਂਦਾ ਸੀ ਕਿ ਕਿੱਥੇ ਆ ਦੱਸੋ, ਜਦੋਂ ਮਾਨ ਸਾਹਿਬ ਖਾਲਿਸਤਾਨ ਦੇ ਨਾਂ ਤੇ ਇਲੈਕਸ਼ਨ ਲੜਦੇ ਆ, ਕੋਈ ਵੋਟਾਂ ਨਹੀਂ ਪੈਂਦੀਆਂ। ਪੰਜਾਬ ਦੇ ਵਿੱਚ ਜਿਹੜਾ ਖਾਲਿਸਤਾਨ ਤੁਸੀਂ ਮੰਗਦੇ ਹੋ ਉਹ ਪੰਜਾਬ ਦੇ ਵਿੱਚ ਬਣਨਾ, ਜੇ ਉੱਥੋਂ ਦੇ ਲੋਕ ਨਹੀਂ ਚਾਹੁੰਦੇ ਤਾਂ ਆਪਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਰੈਫਰੈਂਡਮ ਦੀ, ਖਾਲਿਸਤਾਨ ਦੇ ਨਾਅਰਿਆਂ ਦੀ ਗੱਲ ਕਿਉਂ ਕਰਦੇ ਆ। ਹੁਣ ਇਹ ਛੋਟਾ ਵੀਰ ਇਹ ਗੱਲ ਕਰਕੇ ਗਿਆ ਸੀ, ਮੈਂ ਉਸਦੇ ਨਾਲ ਵੀ ਇਸ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਸੀ, ਕਰਨ ਲੱਗਿਆ ਸੀ। 1984 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ, ਉਹਨਾਂ ਦੇ ਇੱਕ ਪਾਕ ਬਚਨ ਨੇ ਇਸ ਪਿਛਲੀ ਸਦੀ ਦੇ, ਜਿਨ੍ਹਾਂ ਨੂੰ ਮਹਾਨ ਸਿੱਖ ਦਾ ਖਿਤਾਬ ਵੀ ਸਿੱਖ ਕੌਮ ਨੇ ਦਿੱਤਾ। ਉਸ ਮਹਾਨ ਸਿੱਖ ਦੇ, ਮਹਾਨ ਸੰਤ ਦੇ, ਮਹਾਨ ਸੂਰਬੀਰ ਦੇ, ਜਿਸ ਨੇ ਆਪਣੀ ਇੱਕ ਕੀਮਤੀ ਜਵਾਨੀ ਸਿੱਖ ਕੌਮ ਹਿੱਤ ਲਾਈ, ਉਹਨਾਂ ਦੇ ਨਾਲ ਹਜ਼ਾਰਾਂ ਹੋਰ ਸੂਰਬੀਰਾਂ ਨੇ, ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਵਰਗੇ, ਉਹਨਾਂ ਤੋਂ ਬਾਅਦ ਦੇ ਵਿੱਚ ਭਾਈ ਰਿਸ਼ਪਾਲ ਸਿੰਘ ਛੰਦਣਾ, ਹੋਰ ਹਜ਼ਾਰਾਂ, ਕਿਹਦਾ ਨਾਂ ਲਵਾਂ। ਉਹਨਾਂ ਸੂਰਮਿਆਂ ਨੇ ਸੰਤਾਂ ਦੇ ਉਹਨਾਂ ਬਚਨਾਂ ਤੇ ਫੁੱਲ ਚੜਾਏ, ਜਿਹੜੇ ਬਚਨ ਸੰਤ ਮਹਾਂਪੁਰਸ਼ਾਂ ਨੇ ਕੀਤੇ ਸੀ ਵੀ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਪੈਰ ਦੇ ਫੌਜ ਦੇ ਪੈਰ ਲਕਾ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਹੁਣ ਗੱਲ ਜਦੋਂ ਕਿਤੇ ਆਪਾਂ ਆਨੰਦਪੁਰ ਸਾਹਿਬ ਦੇ ਮਤੇ ਤੇ ਪਿੱਛੇ ਨੂੰ ਲਿਜਾਣ ਦੀ ਕੋਸ਼ਿਸ਼ ਕਰਦੇ ਆ, ਅਸੀਂ ਉਹਨਾਂ ਸ਼ਹੀਦਾਂ, ਸੂਰਬੀਰਾਂ ਦੀਆਂ ਕੁਰਬਾਨੀਆਂ, ਉਹਨਾਂ ਤੋਂ ਪਿੱਛੇ ਹਟਣ ਦੀ ਗੱਲ ਕਰਨ ਦੀ ਉਹ ਸਿੱਖ ਕੌਮ ਪ੍ਰਵਾਨ ਨਹੀਂ ਕਰੇਗੀ। ਆਨੰਦਪੁਰ ਸਾਹਿਬ ਦਾ ਮਤਾ ਜਿੱਤੇ ਹਜ਼ਾਰਾਂ ਲੱਖਾਂ ਸ਼ਹਾਦਤਾਂ ਹੋਈਆਂ ਨੇ, ਪਹਿਲੀ ਗੱਲ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ, ਸਿੱਖਾਂ ਨੇ ਪਹਿਲਾਂ ਖਾਲਿਸਤਾਨ ਨਹੀਂ ਸੀ ਮੰਗਿਆ, ਸਿੱਖਾਂ ਨੂੰ ਮਜਬੂਰ ਕੀਤਾ ਗਿਆ। ਸਿੱਖ ਕੌਮ ਦੀ ਜੈਨੋਸਾਈਡ ਹੋਈ ਆ। ਉਹ ਜੈਨੋਸਾਈਡ ਇੱਕ ਦਿਨ, ਇੱਕ ਹਫ਼ਤਾ, ਇੱਕ ਮਹੀਨਾ ਨਹੀਂ ਚੱਲੀ, 10-15 ਸਾਲ ਲਗਾਤਾਰ ਚੱਲੀ ਆ ਤੇ ਲੋਕਮੇ ਢੰਗ ਨਾਲ ਹੁਣ ਵੀ ਚੱਲ ਰਹੀ ਆ। ਸੋ ਸਾਨੂੰ ਆਪਣੀ ਕੌਮ ਨੂੰ ਬਚਾਉਣ ਲਈ, ਆ ਸਿੱਖੀ ਸਰੂਪ ਨੂੰ ਬਚਾਉਣ ਲਈ ਆਪਣੇ ਰਾਜ ਭਾਗ ਦੀ ਲੋੜ ਹੈ। ਇਹ ਕਈ ਵਾਰ ਆਪਾਂ ਗੱਲ ਕਰਦੇ ਆ, ਮਾਨ ਸਾਹਿਬ ਇਲੈਕਸ਼ਨ ਲੜ ਰਹੇ ਨੇ, ਉਸ ਹਿੰਦੁਸਤਾਨ ਦੇ ਸੰਵਿਧਾਨ ਦੇ ਅੰਡਰ ਲੜ ਰਹੇ ਨੇ। ਹਾਂ, ਉਹ ਸਾਡੀ ਇੱਕ ਮਜਬੂਰੀ ਆ, ਉਹ ਇੱਕ ਸਿਸਟਮ ਆ। ਹੁਣ ਜੇ ਸਾਡੇ
ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ, ਉਹਨਾਂ ਦੇ ਕੇਸ ਜਿਹੜੇ ਲੜੇ ਜਾ ਰਹੇ ਨੇ ਉਹ ਵੀ ਹਿੰਦੁਸਤਾਨ ਦੇ ਉਸ ਸੰਵਿਧਾਨ ਦੇ ਤਹਿਤ ਸਾਡੇ ਵਕੀਲ ਲੜ ਰਹੇ ਨੇ, ਸਿੱਖ ਕੌਮ ਦੇ ਵਕੀਲ ਲੜ ਰਹੇ ਨੇ। ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋਈਆਂ ਨੇ ਉਹ ਵੀ ਹਿੰਦੁਸਤਾਨ ਦੇ ਸੰਵਿਧਾਨ ਤਹਿਤ ਹੋਈਆਂ ਨੇ, ਕਿਉਂਕਿ ਅਸੀਂ ਉਸ ਦੇਸ਼ ਦੇ ਗੁਲਾਮ ਆ। ਸੰਤ ਆਮ ਹੀ ਆਪਣੀਆਂ ਸਪੀਚਾਂ ਦੇ ਵਿੱਚ ਕਿਹਾ ਕਰਦੇ ਸਨ, ਇਹ ਹਿੰਦੁਸਤਾਨ ਨੇ ਸੋਚਣਾ ਇਹਨਾਂ ਨੇ ਸਾਨੂੰ ਰੱਖਣਾ ਕਿ ਨਹੀਂ ਰੱਖਣਾ, ਪਰ ਉਸ ਦੇਸ਼ ਨੇ ਕਦੇ ਵੀ ਸਾਨੂੰ ਆਪਣੇ ਨਾਲ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਦੇਸ਼ ਨੇ ਸਾਡੇ ਝੂਠੇ ਪੁਲਿਸ ਮੁਕਾਬਲੇ ਬਣਾਏ, ਦਿੱਲੀ, ਕਾਨਪੁਰ, ਬੋਕਾਰੋ, ਕੀ ਨਹੀਂ ਹੋਇਆ ਸਿੱਖ ਕੌਮ ਦੇ ਨਾਲ। ਈਵਨ ਕਿ ਦਰਬਾਰ ਸਾਹਿਬ ਦੇ ਵਿੱਚ ਜਦੋਂ 84 ਵਿੱਚ ਹਮਲਾ ਹੋਇਆ, ਉੱਥੇ ਪੁਆਇੰਟ ਬਲੈਂਕ ਰੇਂਜ ਤੇ ਖੜਾ ਕੇ ਸਾਡੇ ਭਰਾਵਾਂ ਨੂੰ ਗੋਲੀਆਂ ਮਾਰੀਆਂ ਗਈਆਂ। ਉਹ ਨਿਸ਼ਾਨ ਤੁਸੀਂ ਉਸ ਸਮੇਂ ਦੇਖ ਸਕਦੇ ਸੀ, ਹੁਣ ਸ਼ਾਇਦ ਨਹੀਂ, ਜਾਂ ਪਤਾ ਨਹੀਂ ਹੈ ਜਾਂ ਨਹੀਂ ਹੈਗੇ। ਗੁਰੂ ਰਾਮਦਾਸ ਸਰਾਂ ਦੇ ਵਿੱਚ ਉਹ ਨਿਸ਼ਾਨ ਸੀਗੇ, ਜਿੱਥੇ ਖੜਾ ਕੇ ਸਾਡੇ ਸਿੱਖ ਸੂਰਬੀਰਾਂ ਨੂੰ ਜਾਂ ਯਾਤਰੀਆਂ ਨੂੰ ਕਹਿ ਲਓ, ਉੱਥੇ ਫੌਜ ਵਾਲਿਆਂ ਨੇ ਖੜਾ ਕੇ ਗੋਲੀਆਂ ਮਾਰੀਆਂ। ਮੈਂ ਆਪਣੀਆਂ ਅੱਖਾਂ ਦੇ ਨਾਲ ਬਚਪਨ ਦੇ ਵਿੱਚ ਛੋਟੇ ਬੱਚਿਆਂ ਦੇ ਨਿਸ਼ਾਨ ਲਾਸ਼ਾਂ ਦੇ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਵਿੱਚ ਬਣੇ ਦੇਖੇ ਨੇ। ਗੋਲੀਆਂ ਨਾਲ ਉੱਡ ਕੇ ਖੋਪੜੀਆਂ ਦੇ ਵਾਲ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਕਮਰਿਆਂ ਦੇ ਵਿੱਚ ਛੱਤ ਨਾਲ ਲੱਗੇ ਹੋਏ ਦੇਖੇ ਨੇ। ਉਹਨਾਂ ਗੱਲਾਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ? ਹਾਂ ਠੀਕ ਆ, ਗਲਤੀਆਂ ਭੁੱਲਣ ਹੁੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸਾਡੇ ਲੀਡਰਾਂ ਤੋਂ ਕੌਮੀ ਸੇਵਾਵਾਂ ਕਰਦਿਆਂ ਜਿੰਨੇ ਵੀ ਸਿੰਘ ਸੂਰਬੇ ਜਾਂ ਆਪਸ ਉਹ ਸ਼ਹਾਦਤਾਂ ਵਾਲੇ ਤਾਂ ਆਪਣਾ ਅੱਗੇ ਚਲੇ ਗਏ, ਕਿਤੇ ਨਾ ਕਿਤੇ ਗਲਤੀਆਂ ਹੁੰਦੀਆਂ ਵੀ ਰਹਿਣਗੀਆਂ, ਪਰ ਉਹਨਾਂ ਗਲਤੀਆਂ ਨੂੰ ਅਣਗੌਲਿਆ ਕਰਦੇ ਜਿਹੜਾ ਸਾਡਾ ਨਿਸ਼ਾਨਾ ਵਾ ਉਸ ਪ੍ਰਤੀ ਸੁਹਿਰਦ ਹੁੰਦੇ ਹੋਏ, ਉਸ ਜਿਹੜਾ ਸਾਡੇ ਵੀਰ ਖਾਲਿਸਤਾਨ ਦੇ ਨਿਸ਼ਾਨ ਚੱਕੀ ਖੜੇ ਨੇ, ਸਾਨੂੰ ਗਰਾਊਂਡ ਲੈਵਲ ਤੋਂ ਉਹਨਾਂ ਵਰਕਰਾਂ ਨੂੰ ਉੱਪਰ ਲਿਜਾਣਾ ਪੈਣਾ, ਲੀਡਰ ਬਣਾਉਣੇ ਪੈਣੇ ਨੇ। ਸਾਨੂੰ ਸਿੱਖ ਕੌਮ ਨੂੰ ਚੌਧਰੀ ਨਹੀਂ ਚਾਹੀਦੇ, ਸਿੱਖ ਕੌਮ ਨੂੰ ਸੇਵਾਦਾਰ ਜਥੇਦਾਰ ਚਾਹੀਦੇ ਨੇ। ਹੁਣ ਸਾਨੂੰ ਥੋੜੀ ਜਿਹਾ ਇਹ ਸਿਸਟਮ ਬਦਲਣਾ ਪੈਣਾ ਵੀ ਸਾਡੇ ਉੱਪਰ ਆ ਕੇ ਲੀਡਰ ਬਣ ਜਾਣ, ਨਹੀਂ। ਉਹ ਪਿਛਲੇ ਸਮੇਂ ਦੇ ਵਿੱਚ ਉਹ ਘਾਟਾ ਕੌਮ ਨੇ ਖਾਧਾ। ਜਿਹੜੀ ਇਹ ਨੌਜਵਾਨ ਪੀੜ੍ਹੀ ਖੜੀ ਆ, ਇਹਨਾਂ ਨੂੰ ਅਸੀਂ ਇਮਾਨਦਾਰ ਵਧੀਆ ਇਹਨਾਂ ਦੇ ਵਿੱਚੋਂ ਲੀਡਰ ਪੈਦਾ ਕਰਨੇ ਆ, ਜਿਹੜੇ ਸਾਡੀ ਕੌਮ ਦੀ ਵਾਗਡੋਰ ਅੱਗੇ ਸਾਂਭ ਸਕਣ। ਖਾਲਿਸਤਾਨ ਅੱਜ ਮਿਲਦਾ, ਕੱਲ ਮਿਲਦਾ, 10 ਸਾਲਾਂ ਨੂੰ, 50 ਸਾਲਾਂ ਨੂੰ ਮਿਲਦਾ, ਇਹ ਤਾਂ ਜਦੋਂ ਉਸ ਅਕਾਲ ਪੁਰਖ ਦੀ ਮਿਹਰ ਹੋਣੀ ਆ ਉਦੋਂ ਬਣਨਾ। ਪਰ ਅਸੀਂ ਆਪਣੇ ਝੰਡੇ ਖਾਲਿਸਤਾਨ ਦੇ ਇਹ ਝੁਕਣ ਨਹੀਂ ਦੇਣੇ। ਇੰਨਾ ਹੀ ਕਹਿੰਦਾ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।